ओंटारियो ह्यूमन राइट्स कोड एक प्रांतीय कानून है जो हर व्यक्ति की इज्जत ਅਤੇ ਮੁੱਲ ਨੂੰ ਸਿਆਣਦਾ ਹੈ। ਇਹ ਕੋਡ ਹਰ ਇੱਕ ਵਿਅਕਤੀ ਨੂੰ 5 ਖੇਤਰਾਂ, ਜਿਨ੍ਹਾਂ ਨੂੰ ਸਮਾਜਿਕ ਖੇਤਰਾਂ ਦੀ ਤਰ੍ਹਾਂ ਜਾਣਿਆ ਜਾਂਦਾ ਹੈ, ਵਿੱਚ ਸਮਾਨ ਸਲੂਕ ਅਤੇ ਸਮਾਨ ਮੌਕਿਆਂ ਦਾ ਹੱਕ ਦਿੰਦਾ ਹੈ। ਰੁਜ਼ਗਾਰ, ਘਰ, ਸਮਾਨ ਸੇਵਾਵਾਂ ਅਤੇ ਸਹੂਲਤਾਂ, ਇਕਰਾਰਨਾਮੇ, ਕਾਰੋਬਾਰ ਅਤੇ ਵਿਵਸਾਏ ਸੰਬੰਧੀ ਸੰਘਾਂ ਵਿੱਚ ਮੈਂਬਰਸ਼ਿਪ। ਇਹ ਕੋਡ ਓਂਟਾਰੀਓ ਦੇ ਲੋਕਾਂ ਨੂੰ ਹੇਠ ਦਿੱਤਿਆਂ ਵਿੱਚੋਂ ਕਿਸੇ ਵੀ ਕਾਰਨ ਦੇ ਆਧਾਰ ਤੇ ਭੇਦਭਾਵ ਜਾਂ ਪਰੇਸ਼ਾਨ ਕੀਤੇ ਜਾਣ ਤੋਂ ਬਚਾਉਂਦਾ ਹੈ। ਨਸਲ, ਰੰਗ, ਕੁੱਲ, ਉਤਪਤੀ ਦੀ ਜਗ੍ਹਾ, ਨਾਗਰਿਕਤਾ, ਨਸਲੀ ਉਤਪਤੀ, ਅਪਾਹਜਪਣ, ਧਰਮ, ਲਿੰਗ, ਜਿਸ ਵਿੱਚ ਲਿੰਗਕ ਤੌਰ ਤੇ ਪਰੇਸ਼ਾਨ ਕੀਤੇ ਜਾਣ ਅਤੇ ਗਰਭ ਸ਼ਾਮਲ ਹਨ, ਲਿੰਗੀ ਪਰਿਚੈ, ਲਿੰਗ ਸੰਬੰਧੀ ਪਹਿਚਾਣ, ਲਿੰਗ ਸੰਬੰਧੀ ਇਜ਼ਹਾਰ, ਉਮਰ, ਪਰਿਵਾਰ ਸੰਬੰਧੀ ਦਰਜਾ, ਵਿਵਾਹਕ ਦਰਜਾ, ਜਨਤਕ ਸਹਾਇਤਾ ਦੀ ਪ੍ਰਾਪਤੀ ਕੇਵਲ ਘਰਾਂ ਸੰਬੰਧੀ ਦਾਅਵਿਆਂ ਲਈ, ਜੁਰਮ ਦਾ ਰਿਕਾਰਡ ਕੇਵਲ ਰੁਜ਼ਗਾਰ ਬਾਰੇ ਦਾਅਵਿਆਂ ਲਈ। ਕੋਡ ਇਨ੍ਹਾਂ ਵਿਰੁੱਧ ਵੀ ਰੱਖਿਆ ਕਰਦਾ ਹੈ। ਸੰਬੰਧ ਕਰਕੇ ਭੇਦਭਾਵ ਇਹ ਕੀ ਹੁੰਦਾ ਹੈ? ਇਹ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਦਾ ਇਹੋ ਜਿਹੇ ਲੋਕਾਂ ਨਾਲ ਰਿਸ਼ਤਾ, ਸੰਬੰਧ ਜਾਂ ਹੋਰ ਲੈਣ ਦੇਣ ਹਨ ਜਿਨ੍ਹਾਂ ਦੀ ਪਛਾਣ ਸੂਚੀਬੱਧ ਕੀਤੇ ਗਏ ਕਾਰਨਾਂ ਵਿੱਚੋਂ ਇੱਕ ਕਰਕੇ ਕੀਤੀ ਜਾਂਦੀ ਹੈ। ਬਦਲਾ ਜਾਂ ਬਦਲੇ ਦੀਆਂ ਧਮਕੀਆਂ ਉਹ ਉਦੋਂ ਹੈ ਜਦੋਂ ਕਿਸੇ ਨੇ ਹੱਕਾਂ ਲਈ ਦਾਅਵਾ ਕੀਤਾ ਹੈ ਜਾਂ ਕੋਡ ਦੇ ਤਹਿਤ ਕਾਰਵਾਈ ਵਿੱਚ ਭਾਗ ਲਿਆ ਹੈ, ਜਾਂ ਜਦੋਂ ਕਿਸੇ ਨੇ ਕਿਸੇ ਹੋਰ ਦੇ ਹੱਕਾਂ ਦੀ ਉਲੰਘਣਾ ਕਰਨ ਤੋਂ ਮਨ੍ਹਾ ਕੀਤਾ ਹੈ। ਲਿੰਗਕ ਤਰੀਕੇ ਨਾਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਨੂੰ ਠੁਕਰਾਉਣ ਲਈ ਬਦਲਾ ਜਾਂ ਬਦਲੇ ਦੀਆਂ ਧਮਕੀਆਂ। ਅਜਿਹੇ ਵਿਅਕਤੀ ਦੁਆਰਾ ਲਿੰਗਕ ਤਰੀਕੇ ਨਾਲ ਆਕਰਸ਼ਣ ਕਰਨ ਦੀ ਕੋਸ਼ਿਸ਼ ਜਾਂ ਪਹੁੰਚਾਂ ਉਸ ਵੱਲੋਂ ਜੋ ਕੋਈ ਲਾਭ ਦੇਣ ਜਾਂ ਉਸ ਲਈ ਮਨ੍ਹਾ ਕਰਨ ਦੀ ਸਥਿਤੀ ਵਿੱਚ ਹੈ, ਜਿਵੇਂ ਕਿ ਮੈਨੇਜਰ ਜਾਂ ਸੁਪਰਵਾਈਜ਼ਰ ਜਾਂ ਇੱਕ ਨਰਸ ਨੂੰ ਇੱਕ ਡਾਕਟਰ। ਜੇ ਤੁਸੀਂ ਸੋਚਦੇ ਹੋ ਕਿ ਕੋਡ ਦੇ ਹੇਠ ਕਿਸੇ ਕਾਰਨ ਕਰਕੇ ਤੁਹਾਡੇ ਨਾਲ ਅਸਮਾਨਤਾ ਵਾਲਾ ਸਲੂਕ ਕੀਤਾ ਗਿਆ ਹੈ, ਤਾਂ ਤੁਸੀਂ ਓਂਟਾਰੀਓ ਹਿਊਮਨ ਰਾਈਟਸ ਟ੍ਰਿਬਿਊਨਲ ਕੋਲ ਅਰਜ਼ੀ ਦਾਖਲ ਕਰਕੇ ਸ਼ਿਕਾਇਤ ਕਰ ਸਕਦੇ ਹੋ। ਯਾਦ ਰੱਖੋ ਕਿ ਕੋਡ ਉਪਾਅ ਕਰਨ ਵਾਲਾ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਦਾ ਮੰਤਵ ਸਜ਼ਾ ਦੇਣਾ ਨਹੀਂ ਹੈ। ਇਸ ਦਾ ਮੰਤਵ ਜਨਤਾ ਨੂੰ ਸਿੱਖਿਅਤ ਕਰਕੇ ਅਤੇ ਜਾਗਰਤੀ ਉਤਪੰਨ ਕਰਕੇ ਭੇਦਭਾਵ ਨੂੰ ਹਟਾਉਣ ਅਤੇ ਉਸ ਦੀ ਰੋਕਥਾਮ ਕਰਨਾ ਹੈ। ਜੇ ਟ੍ਰਿਬਿਊਨਲ ਫੈਸਲਾ ਕਰਦਾ ਹੈ ਕਿ ਤੁਹਾਡੇ ਹੱਕਾਂ ਦੀ ਉਲੰਘਣਾ ਕੀਤੀ ਗਈ ਹੈ, ਤਾਂ ਉਹ ਇਹਨਾਂ ਲਈ ਹੁਕਮ ਜਾਰੀ ਕਰ ਸਕਦਾ ਹੈ। ਆਰਥਿਕ ਮੁਆਵਜ਼ਾ, ਇਸ ਦਾ ਮਤਲਬ ਇਹ ਹੈ ਕਿ ਦੂਸਰੀ ਪਾਰਟੀ ਤੁਹਾਨੂੰ ਉਸ ਪੈਸੇ ਲਈ ਭੁਗਤਾਨ ਕਰੇ ਜੋ ਤੁਸੀਂ ਅਸਮਾਨ ਸਲੂਕ ਜਾਂ ਤੁਹਾਡੀਆਂ ਭਾਵਨਾਵਾਂ, ਇੱਜ਼ਤ ਅਤੇ ਸਵੈਮਾਣ ਨੂੰ ਠੇਸ ਪਹੁੰਚਾਉਣ ਕਰਕੇ ਗਵਾਇਆ ਹੈ, ਅਤੇ ਜਿਸ ਵਿੱਚ ਸੂਦ ਵੀ ਸ਼ਾਮਿਲ ਹੋ ਸਕਦਾ ਹੈ। ਖਾਸ ਉਪਾਅ ਜੋ ਤੁਹਾਨੂੰ ਉਸ ਅਵਸਥਾ ਵਿੱਚ ਵਾਪਸ ਪਹੁੰਚਾ ਦਿੰਦਾ ਹੈ ਜਿਸ ਵਿੱਚ ਤੁਸੀਂ ਹੁੰਦੇ ਜੇ ਤੁਹਾਡੇ ਨਾਲ ਹਿਊਮਨ ਰਾਈਟਸ ਕੋਡ ਦੇ ਹੇਠ ਭੇਦਭਾਵ ਨਾ ਕੀਤਾ ਗਿਆ ਹੁੰਦਾ। ਜਨਤਕ ਲਾਭ ਲਈ ਉਪਾਅ, ਜਿਵੇਂ ਕਿ ਕਿਸੇ ਇਹੋ ਜਿਹੇ ਵਿਅਕਤੀ ਜਾਂ ਸੰਸਥਾ ਦੁਆਰਾ ਸਿਖਲਾਈ ਜਾਂ ਪਾਲਿਸੀ ਵਿੱਚ ਬਦਲਾਅ ਜੋ ਇਸੀ ਚੀਜ਼ ਨੂੰ ਭਵਿੱਖ ਵਿੱਚ ਦੁਬਾਰਾ ਹੋਣ ਤੋਂ ਰੋਕਣ ਵਿੱਚ ਸਹਾਇਤਾ ਕਰ ਸਕਦਾ ਹੈ। ਸ਼ਿਕਾਇਤ ਕਰਨ ਲਈ ਸ਼ਿਕਾਇਤ ਦੇ ਨਾਲ ਸੰਬੰਧਿਤ ਐਪਲੀਕੇਸ਼ਨ ਫਾਰਮ ਅਤੇ ਸਪਲੀਮੈਂਟਰੀ ਫਾਰਮ ਭਰੋ। ਤੁਸੀਂ ਫਾਰਮਾਂ ਦੀ ਕਾਪੀ ਪ੍ਰਾਪਤ ਕਰਨ ਲਈ ਓਂਟਾਰੀਓ ਹਿਊਮਨ ਰਾਈਟਸ ਟ੍ਰਿਬਿਊਨਲ ਨਾਲ ਸੰਪਰਕ ਕਰ ਸਕਦੇ ਹੋ ਜਾਂ HRTO.ca ਦੀ ਵੈਬਸਾਈਟ 'ਤੇ ਵੀ ਜਾ ਕੇ ਲੈ ਸਕਦੇ ਹੋ। ਫਾਰਮ ਭਰਨ ਤੋਂ ਬਾਅਦ ਤੁਸੀਂ ਉਸ ਨੂੰ ਕੰਪਿਊਟਰ ਰਾਹੀਂ ਹੀ ਜਮ੍ਹਾਂ ਕਰ ਸਕਦੇ ਹੋ ਜਾਂ ਉਸ ਨੂੰ ਸਿੱਧੇ ਹੀ ਟ੍ਰਿਬਿਊਨਲ ਨੂੰ ਭੇਜ ਸਕਦੇ ਹੋ। ਸ਼ੁਰੂ ਕਰਨ ਤੋਂ ਪਹਿਲਾਂ ਪੱਕਾ ਕਰੋ ਕਿ ਤੁਹਾਡੀ ਸ਼ਿਕਾਇਤ ਓਂਟਾਰੀਓ ਹਿਊਮਨ ਰਾਈਟਸ ਕੋਡ ਦੇ ਹੇਠ ਆਉਂਦੀ ਹੈ। ਹਾਲਾਂਕਿ ਤੁਹਾਡੇ ਨਾਲ ਸੁਰੱਖਿਅਤ ਖੇਤਰਾਂ ਕਰਕੇ ਵੱਖਰਾ ਸਲੂਕ ਕੀਤਾ ਗਿਆ ਹੈ, ਜਾਂ ਹੋ ਸਕਦਾ ਹੈ ਕਿ ਤੁਸੀਂ ਟ੍ਰਿਬਿਊਨਲ ਦੇ ਅੱਗੇ ਅਰਜ਼ੀ ਦਾਖਲ ਨਾ ਕਰ ਸਕੋ। ਇਹ ਸਥਿਤੀਆਂ ਹਨ: ਕੋਡ ਹੇਠ ਛੋਟਾਂ, ਕੋਡ ਲੋਕਾਂ ਨਾਲ ਨੂੰ ਕੁਝ ਸਥਿਤੀਆਂ ਵਿੱਚ ਵੱਖਰੇ ਤਰੀਕੇ ਨਾਲ ਸਲੂਕ ਕੀਤੇ ਜਾਣ ਦੀ ਇਜਾਜ਼ਤ ਦਿੰਦਾ ਹੈ। ਇਹ ਪਤਾ ਕਰਨ ਲਈ ਕਿ ਕੀ ਤੁਹਾਡੀ ਸਥਿਤੀ ਛੋਟ ਹੇਠ ਆਉਂਦੀ ਹੈ, ਹਿਊਮਨ ਰਾਈਟਸ ਲੀਗਲ ਸਪੋਰਟ ਸੈਂਟਰ ਨਾਲ ਸੰਪਰਕ ਕਰੋ। ਅਦਾਲਤੀ ਕਾਰਵਾਈ, ਜ਼ਿਆਦਾਤਰ ਕੇਸਾਂ ਵਿੱਚ ਜੇ ਤੁਸੀਂ ਸਮਾਨ ਤੱਤਾਂ ਦੇ ਆਧਾਰ ਉੱਤੇ ਅਦਾਲਤ ਵਿੱਚ ਕਾਰਵਾਈ ਸ਼ੁਰੂ ਕਰ ਚੁੱਕੇ ਹੋ ਅਤੇ ਜੇ ਤੁਸੀਂ ਅਦਾਲਤ ਕੋਲੋਂ ਮਨੁੱਖੀ ਹੱਕਾਂ ਦੀ ਉਲੰਘਣਾ ਲਈ ਉਪਾਅ ਦੀ ਮੰਗ ਕਰ ਰਹੇ ਹੋ, ਤਾਂ ਤੁਸੀਂ ਓਂਟਾਰੀਓ ਹਿਊਮਨ ਰਾਈਟਸ ਟ੍ਰਿਬਿਊਨਲ ਵਿੱਚ ਸ਼ਿਕਾਇਤ ਨਹੀਂ ਕਰ ਸਕਦੇ। ਜੇ ਤੁਸੀਂ ਆਪਣਾ ਅਦਾਲਤੀ ਦਾਅਵਾ ਵਾਪਸ ਲੈ ਲਓ
ਤਾਂ ਤੁਸੀਂ ਅਰਜ਼ੀ ਦਾਖਲ ਕਰ ਸਕਦੇ ਹੋ। ਕਿਸੇ ਹੋਰ ਕਾਰਵਾਈ ਵਿੱਚ ਸਮਾਨ ਤੱਤ ਉਹਨਾਂ ਕੇਸਾਂ ਵਿੱਚ ਜਿੱਥੇ ਕਿ ਤੁਹਾਡੀ ਸ਼ਿਕਾਇਤ ਕਿਸੇ ਹੋਰ ਕਾਰਵਾਈ ਦਾ ਹਿੱਸਾ ਹੈ ਪਰ ਅਦਾਲਤੀ ਕਾਰਵਾਈ ਨਹੀਂ, ਜਿਵੇਂ ਕਿ ਰੁਜ਼ਗਾਰ ਸੰਬੰਧੀ ਸਤਰ ਇੰਪਲੋਇਮੈਂਟ ਸਟੈਂਡਰਡਸ, ਤੁਸੀਂ ਹਿਊਮਨ ਰਾਈਟਸ ਟ੍ਰਿਬਿਊਨਲ ਨਾਲ ਸ਼ਿਕਾਇਤ ਦਾਖਲ ਕਰ ਸਕਦੇ ਹੋ। ਪਰ ਹਿਊਮਨ ਰਾਈਟਸ ਟ੍ਰਿਬਿਊਨਲ ਤੁਹਾਡੀ ਅਰਜ਼ੀ ਨੂੰ ਟਾਲ ਸਕਦਾ ਹੈ ਜਾਂ ਉਸ ਨੂੰ ਉਸ ਸਮੇਂ ਤੱਕ ਰੋਕ ਸਕਦਾ ਹੈ ਜਦੋਂ ਤੱਕ ਦੂਸਰੀ ਕਾਰਵਾਈ ਪੂਰੀ ਨਾ ਹੋ ਜਾਵੇ, ਜਾਂ ਹੋ ਸਕਦਾ ਹੈ ਕਿ ਹਿਊਮਨ ਰਾਈਟਸ ਟ੍ਰਿਬਿਊਨਲ ਤੁਹਾਡੀ ਅਰਜ਼ੀ ਨੂੰ ਖਾਰਜ ਕਰ ਦੇਵੇ ਜੇ ਉਹ ਇਹ ਮੰਨਦਾ ਹੈ ਕਿ ਦੂਸਰੀ ਕਾਰਵਾਈ ਦੇ ਰਾਹੀਂ ਮਨੁੱਖੀ ਹੱਕਾਂ ਸੰਬੰਧੀ ਸ਼ਿਕਾਇਤ ਦਾ ਨਿਪਟਾਰਾ ਹੋ ਗਿਆ ਹੈ। ਸਮਾਨ ਸ਼ਿਕਾਇਤਾਂ ਮੁੜ ਕੇ ਦਾਖਲ ਕਰਨਾ। ਤੁਸੀਂ ਪਹਿਲਾਂ ਕੀਤੀ ਗਈ ਸ਼ਿਕਾਇਤ ਵਾਲੇ ਸਮਾਨ ਤੱਤਾਂ ਦੇ ਆਧਾਰ ਤੇ ਸ਼ਿਕਾਇਤ ਨਹੀਂ ਕਰ ਸਕਦੇ। ਸਮੇਂ ਦੀ ਸੀਮਾ। ਜ਼ਿਆਦਾਤਰ ਕੇਸਾਂ ਵਿੱਚ ਤੁਹਾਡੇ ਲਈ ਭੇਦਭਾਵ ਜਾਂ ਪਰੇਸ਼ਾਨ ਕੀਤੇ ਜਾਣ ਦੀ ਆਖਰੀ ਵਾਰਦਾਤ ਹੋਣੀ ਦੇ 1 ਸਾਲ ਦੇ ਅੰਦਰ ਤੁਹਾਡੀ ਅਰਜ਼ੀ ਦਾਖਲ ਕੀਤੀ ਜਾਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਅਰਜ਼ੀ ਦਾਖਲ ਕਰਨ ਲਈ ਚੰਗਾ ਕਾਰਨ ਹੈ, ਜਿਵੇਂ ਕਿ ਹਸਪਤਾਲ ਵਿੱਚ ਹੋਣਾ ਜਾਂ ਜੇਲ੍ਹ ਵਿੱਚ ਹੋਣਾ, ਜਾਂ 1 ਸਾਲ ਬੀਤ ਜਾਣ ਤੱਕ ਤੁਹਾਨੂੰ ਭੇਦਭਾਵ ਦਾ ਪਤਾ ਹੀ ਨਾ ਲੱਗਿਆ ਹੋਵੇ, ਤਾਂ ਸੰਭਵ ਹੈ ਕਿ ਟ੍ਰਿਬਿਊਨਲ ਤੁਹਾਡੀ ਅੰਤਮ ਹੱਦ ਨੂੰ ਵਧਾ ਸਕਦਾ ਹੈ। ਕੋਈ ਅਧਿਕਾਰ ਖੇਤਰ ਨਹੀਂ। ਫੋਰ ਐਗਜ਼ਾਮਪਲ, ਜੇ ਕੰਪਨੀ ਪ੍ਰਾਂਤੀय ਤਰੀਕੇ ਨਾਲ ਵਿਵਸਥਿਤ ਨਹੀਂ ਹੈ। ਆਪਣੀ ਐਪਲੀਕੇਸ਼ਨ ਫਾਰਮ ਅਤੇ ਸਪਲੀਮੈਂਟਰੀ ਫਾਰਮ ਪੂਰੇ ਕਰਨ ਤੋਂ ਪਹਿਲਾਂ ਤੁਸੀਂ HRTO.ca ਦੀ ਵੈਬਸਾਈਟ ਤੇ ਜਾਓ। ਉੱਥੇ ਹਿਊਮਨ ਰਾਈਟਸ ਟ੍ਰਿਬਿਊਨਲ ਐਪਲੀਕੈਂਟ ਗਾਈਡ ਨੂੰ ਪੜ੍ਹੋ, ਜਾਂ ਫਿਰ ਓਨਟਾਰੀਓ ਹਿਊਮਨ ਰਾਈਟਸ ਟ੍ਰਿਬਿਊਨਲ ਕੋਲੋਂ ਬੇਨਤੀ ਕਰਕੇ ਗਾਈਡ ਮੰਗਵਾਓ। ਇਹ ਗਾਈਡ ਤੁਹਾਡੀ ਅਰਜ਼ੀ ਦੇ ਵੱਖ-ਵੱਖ ਭਾਗਾਂ ਨੂੰ ਭਰਨ ਲਈ ਪੂਰੀ ਤਰ੍ਹਾਂ ਹਦਾਇਤਾਂ ਦਿੰਦੀ ਹੈ। ਅਰਜ਼ੀ ਨੂੰ ਭਰਨਾ। ਉਹ ਵਿਅਕਤੀ ਜਾਂ ਸੰਸਥਾ ਜਿਸ ਦੇ ਖਿਲਾਫ ਤੁਸੀਂ ਸ਼ਿਕਾਇਤ ਕਰ ਰਹੇ ਹੋ, ਵਿਅਕਤੀ ਅਤੇ ਸੰਸਥਾ ਦਾ ਨਾਮ, ਸੰਪਰਕ ਜਾਣਕਾਰੀ ਦੱਸੋ। ਉਸ ਵਿਵਹਾਰ ਦੀ ਕਿਸਮ ਜਿਸ ਬਾਰੇ ਤੁਹਾਨੂੰ ਸ਼ਿਕਾਇਤ ਹੈ ਉਹ ਦੱਸੋ। ਤੁਸੀਂ ਕਿਸੇ ਬਾਰੇ ਸ਼ਿਕਾਇਤ ਕਰ ਰਹੇ ਹੋ ਦੀਆਂ ਤਫਸੀਲਾਂ, ਕੌਣ, ਕੀ, ਕਿੱਥੇ, ਕਦੋਂ, ਜੋ ਹੋਇਆ, ਉਸਨੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵ ਕੀਤਾ, ਅਤੇ ਉਹ ਉਪਾਅ ਜਿਸ ਦੀ ਮੰਗ ਤੁਸੀਂ ਹਿਊਮਨ ਰਾਈਟਸ ਟ੍ਰਿਬਿਊਨਲ ਕੋਲੋਂ ਕਰ ਰਹੇ ਹੋ। ਕੀ ਵਿਚੋਲਗਿਰੀ ਇੱਕ ਵਿਕਲਪ ਹੈ? ਦੱਸੋ ਜੇ ਤੁਸੀਂ ਵਿਚੋਲਗਿਰੀ, ਜੋ ਕਿ ਝਗੜਿਆਂ ਨੂੰ ਨਿਬੇੜਨ ਲਈ ਇੱਕ ਘੱਟ ਰਸਮੀ ਕਿਰਿਆ ਹੈ, ਨੂੰ ਅਜ਼ਮਾਉਣ ਲਈ ਰਜ਼ਾਮੰਦ ਹੋ। ਵਿਚੋਲਗਿਰੀ ਵਿੱਚ ਪਾਰਟੀਆਂ ਅਰਜ਼ੀ ਬਾਰੇ ਗੱਲ ਕਰਨ ਲਈ ਮਿਲਦੀਆਂ ਹਨ ਅਤੇ ਇਹੋ ਜਿਹਾ ਹੱਲ ਸਿਰਜਣ ਦੀ ਕੋਸ਼ਿਸ਼ ਕਰਦੀਆਂ ਹਨ ਜੋ ਸਾਰੇ ਲੋਕਾਂ ਨੂੰ ਸਵੀਕਾਰ ਹੋ। ਵਿਚੋਲਗਿਰੀ ਸਵੈ ਇੱਛਤ ਹੁੰਦੀ ਹੈ ਅਤੇ ਜੇ ਤੁਸੀਂ ਵਿਚੋਲਗਿਰੀ ਵਿੱਚ ਆਪਣੇ ਸਾਰੇ ਮੁੱਦਿਆਂ ਦੇ ਹੱਲ ਨਹੀਂ ਲੱਭ ਸਕਦੇ, ਤੁਸੀਂ ਹਲੇ ਵੀ ਟ੍ਰਿਬਿਊਨਲ ਕੋਲੋਂ ਆਪਣਾ ਕੇਸ ਸੁਣਨ ਦੀ ਮੰਗ ਕਰ ਸਕਦੇ ਹੋ। ਦੂਸਰੇ ਕਾਰਜ ਜਾਂ ਕਾਰਵਾਈਆਂ। ਇਹ ਪੁੱਛਦਾ ਹੈ ਜੇ ਤੁਸੀਂ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਹੈ, ਜੇ ਤੁਸੀਂ ਪਹਿਲਾਂ ਹੀ ਹਿਊਮਨ ਰਾਈਟਸ ਟ੍ਰਿਬਿਊਨਲ ਦੇ ਨਾਲ ਸ਼ਿਕਾਇਤ ਦਾਖਲ ਕੀਤੀ ਹੈ ਜੋ ਇਨ੍ਹਾਂ ਹੀ ਤੱਤਾਂ ਉੱਤੇ ਆਧਾਰਿਤ ਹੈ, ਅਤੇ ਜੇ ਇਨ੍ਹਾਂ ਤੱਤਾਂ ਉੱਤੇ ਆਧਾਰਿਤ ਕੋਈ ਹੋਰ ਕਾਰਵਾਈਆਂ ਹੋਈਆਂ ਹਨ। ਜੇ ਕੋਈ ਹੋਰ ਕਾਰਵਾਈਆਂ ਹਨ, ਤੁਹਾਨੂੰ ਇਨ੍ਹਾਂ ਕਾਰਵਾਈਆਂ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਆਪਣੇ ਐਪਲੀਕੇਸ਼ਨ ਫਾਰਮ ਦੇ ਨਾਲ ਜਮ੍ਹਾਂ ਕਰਵਾਉਣ ਦੀ ਲੋੜ ਹੈ। ਦਸਤਾਵੇਜ਼। ਆਪਣੀ ਸ਼ਿਕਾਇਤ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਸੂਚੀਬੱਧ ਕਰੋ। ਇਹ ਉਹ ਦਸਤਾਵੇਜ਼ ਹਨ ਜੋ ਤੁਹਾਡੇ ਕੋਲ ਹਨ। ਦਸਤਾਵੇਜ਼ ਉਸ ਵਿਅਕਤੀ ਜਾਂ ਸੰਸਥਾ ਕੋਲ ਹਨ ਜਿਸ ਬਾਰੇ ਤੁਸੀਂ ਸ਼ਿਕਾਇਤ ਕਰ ਰਹੇ ਹੋ, ਜਾਂ ਉਹ ਮਹੱਤਵਪੂਰਨ ਦਸਤਾਵੇਜ਼ ਹਨ ਜੋ ਸੰਭਵ ਹੈ ਕਿ ਕਿਸੇ ਹੋਰ ਕੋਲ ਹੋਣ। ਤੁਹਾਨੂੰ ਦਸਤਾਵੇਜ਼ਾਂ ਨੂੰ ਆਪਣੀ ਐਪਲੀਕੇਸ਼ਨ ਦੇ ਨਾਲ ਲਗਾਉਣ ਦੀ ਲੋੜ ਨਹੀਂ ਹੈ। ਟ੍ਰਿਬਿਊਨਲ ਤੁਹਾਨੂੰ ਦੱਸੇਗਾ ਕਿ ਦਸਤਾਵੇਜ਼ਾਂ ਨੂੰ ਕਦੋਂ ਜਮ੍ਹਾਂ ਕਰਵਾਉਣਾ ਹੈ। ਨਾਮਾਂ ਦੀ ਸੂਚੀ। ਉਹਨਾਂ ਲੋਕਾਂ ਦੇ ਨਾਮਾਂ ਨੂੰ ਸੂਚੀਬੱਧ ਕਰੋ ਜਿਨ੍ਹਾਂ ਕੋਲ ਤੁਹਾਡੀ ਅਰਜ਼ੀ ਬਾਰੇ ਜਾਣਕਾਰੀ ਹੈ। ਟ੍ਰਿਬਿਊਨਲ ਨੂੰ ਦੱਸੋ ਕਿ ਉਹਨਾਂ ਦੀ ਜਾਣਕਾਰੀ ਤੁਹਾਡੀ ਸ਼ਿਕਾਇਤ ਲਈ ਕਿਉਂ ਜ਼ਰੂਰੀ ਹੈ। ਇਹ ਜਾਣਕਾਰੀ ਗੁਪਤ ਹੈ ਅਤੇ ਉਸ ਵਿਅਕਤੀ ਜਾਂ ਸੰਸਥਾ ਨੂੰ ਨਹੀਂ ਭੇਜੀ ਜਾਏਗੀ ਜਿਸ ਬਾਰੇ ਤੁਸੀਂ ਸ਼ਿਕਾਇਤ ਕਰ ਰਹੇ ਹੋ। ਕੋਈ ਹੋਰ ਜਾਣਕਾਰੀ। ਕੋਈ ਵੀ ਹੋਰ ਜਾਣਕਾਰੀ ਸ਼ਾਮਲ ਕਰੋ ਜਿਹੜੀ ਟ੍ਰਿਬਿਊਨਲ ਨੂੰ ਪਤਾ ਹੋਣੀ ਚਾਹੀਦੀ ਹੈ, ਜਿਵੇਂ ਕਿ ਜੇ ਜਵਾਬ ਦੇਣ ਵਾਲਿਆਂ ਵਿਰੁੱਧ ਸਮਾਨ ਮੁੱਦਿਆਂ ਸੰਬੰਧੀ ਕੋਈ ਹੋਰ ਦਾਅਵੇ ਦਾਖਲ ਕੀਤੇ ਗਏ ਹਨ। ਜਮ੍ਹਾਂ ਕਰਨ ਤੋਂ ਪਹਿਲਾਂ ਧਿਆਨ ਨਾਲ ਸਮੀਖਿਆ ਕਰੋ। ਜਦੋਂ ਤੁਸੀਂ ਐਪਲੀਕੇਸ਼ਨ ਫਾਰਮ ਅਤੇ ਸਪਲੀਮੈਂਟਰੀ ਫਾਰਮ ਪੂਰਾ ਕਰ ਲੈਂਦੇ ਹੋ ਅਤੇ ਸਾਰੇ ਦਸਤਾਵੇਜ਼ ਨਾਲ ਲਗਾ ਲੈਂਦੇ ਹੋ, ਹਸਤਾਖਰ ਕਰਨ ਅਤੇ ਆਪਣੇ ਫਾਰਮ ਨੂੰ ਜਮ੍ਹਾਂ ਕਰਨ ਤੋਂ ਪਹਿਲਾਂ ਧਿਆਨ ਨਾਲ ਬਾਕੀ ਦਾ ਸਾਰਾ ਫਾਰਮ ਪੜ੍ਹ ਲਓ। ਅਰਜੈਂਟ ਅਰਜ਼ੀ ਹੈ
ਜੇ ਤੁਹਾਨੂੰ ਆਪਣੀ ਅਰਜ਼ੀ ਨੂੰ ਰੱਦ ਕਰਨ ਦੀ ਲੋੜ ਹੈ, ਤੁਸੀਂ ਆਪਣੀ ਅਰਜ਼ੀ ਦੇ ਨਾਲ ਫਾਰਮ 14 ਵੀ ਭਰ ਸਕਦੇ ਹੋ। ਤੁਸੀਂ ਫਾਰਮ 14 ਦੀ ਕਾਪੀ hrto.ca ਦੀ ਵੈਬਸਾਈਟ ਤੇ ਜਾਂ ਟ੍ਰਿਬਿਊਨਲ ਨੂੰ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ। ਅਗਲੇ ਕਦਮ, ਟ੍ਰਿਬਿਊਨਲ ਫਾਈਲ ਨੰਬਰ ਨਿਰਧਾਰਤ ਕਰੇਗਾ। ਸੁਨਿਸ਼ਚਿਤ ਕਰੋ ਕਿ ਟ੍ਰਿਬਿਊਨਲ ਦੇ ਨਾਲ ਸਾਰੇ ਸੰਚਾਰ ਵੇਲੇ ਤੁਸੀਂ ਇਹ ਨੰਬਰ ਦਾ ਇਸਤੇਮਾਲ ਕਰੋ। ਜਦੋਂ ਟ੍ਰਿਬਿਊਨਲ ਨੂੰ ਤੁਹਾਡੀ ਅਰਜ਼ੀ ਪ੍ਰਾਪਤ ਹੋਵੇਗੀ ਤਾਂ ਉਹ ਤੁਹਾਨੂੰ ਹੇਠ ਲਿਖੀਆਂ ਚੀਜ਼ਾਂ ਦੱਸੇਗਾ। ਜੇ ਤੁਹਾਡੀ ਅਰਜ਼ੀ ਪੂਰੀ ਕਰਨ ਲਈ ਹੋਰ ਜਾਣਕਾਰੀ ਦੀ ਲੋੜ ਹੈ, ਜੇ ਉਸ ਨੂੰ ਕਿਸੇ ਕਾਰਨ ਤੁਹਾਡੀ ਅਰਜ਼ੀ ਨੂੰ ਟਾਲਣਾ ਚਾਹੀਦਾ ਹੈ, ਜੇ ਉਸ ਕੋਲ ਤੁਹਾਡੀ ਅਰਜ਼ੀ ਦੇ ਨਾਲ ਨਿਪਟਣ ਦੀ ਤਾਕਤ ਨਹੀਂ ਹੈ, ਜਾਂ ਜੇ ਤੁਹਾਡੀ ਅਰਜ਼ੀ ਸਵੀਕਾਰ ਕੀਤੀ ਜਾਂਦੀ ਹੈ। ਜੇ ਤੁਸੀਂ ਟ੍ਰਿਬਿਊਨਲ ਦੇ ਤੁਹਾਡੀ ਅਰਜ਼ੀ ਨੂੰ ਟਾਲਣ ਜਾਂ ਖਾਰਜ ਕਰਨ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤੁਸੀਂ ਟ੍ਰਿਬਿਊਨਲ ਨੂੰ ਦੱਸ ਸਕਦੇ ਹੋ ਕਿ ਤੁਸੀਂ ਇਹ ਕਿਉਂ ਸੋਚਦੇ ਹੋ ਕਿ ਫਿਰ ਵੀ ਤੁਹਾਡੀ ਅਰਜ਼ੀ ਦੀ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਟ੍ਰਿਬਿਊਨਲ ਤੁਹਾਨੂੰ ਦੱਸੇਗਾ ਕਿ ਤੁਹਾਨੂੰ ਅਗਲੇ ਕਦਮ ਕਿਹੜੇ ਚੁੱਕਣੇ ਚਾਹੀਦੇ ਹਨ।